ਸ਼ਲੋਕ ਮਹੱਲਾ ਪਹਿਲਾ। ਭੈ ਵਿੱਚ ਪਾਵਣ ਵਹਿ ਸਦਵਾਓ, ਭੈ ਵਿੱਚ ਚੱਲੇ ਲਖ ਦਰਿਆਓ। ਭੈ ਵਿੱਚ ਅਗਨ ਕਢੇ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ। ਭੈ ਵਿੱਚ ਇੰਦ ਫਿਰੇ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨ ਅੰਤ। ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਆਡਾਣੇ ਆਕਾਸ਼। ਭੈ ਵਿੱਚ ਜੋਧ ਮਹਾਬਲ ਸੂਰ, ਭੈ ਵਿੱਚ ਆਵੇ ਜਾਵੇ ਪੂਰ। ਸਗਲਿਆਂ ਭਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸਚ ਏਕ। ਆਸਾ ਦੀ ਵਾਰ ਦਾ ਇਹ ਪਾਵਨ ਪਵਿੱਤਰ ਸ਼ਲੋਕ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਚੌਥੀ ਪੌੜੀ ਦੇ ਨਾਲ ਜੋੜਿਆ ਹੈ, ਜਿਸ ਵਿੱਚ ਸਤਿਗੁਰੂ ਦੇਵ ਜੀ ਮਹਾਰਾਜ ਨੇ ਇਹ ਫਰਮਾਨ ਕੀਤਾ ਹੈ ਕਿ ਭੈ ਮਨੁੱਖ ਦੀ ਇੱਕ ਲੋੜ ਹੈ, ਭੈ ਪ੍ਰਭੂ ਦੀ ਇੱਕ ਦੇਣ ਹੈ। ਮਨੁੱਖ ਜਿਸ ਭੈ ਨੂੰ ਪੈਦਾ ਕਰਦਾ ਹੈ ਉਹ ਇੱਕ ਰੋਗ ਹੈ। ਈਸ਼ਵਰ ਜੋ ਇੱਕ ਭੈ ਦੇਂਦਾ ਹੈ ਉਹ ਸੁਰੱਖਿਆ ਹੈ। ਮਨੁੱਖ ਜਿਸ ਭੈ ਨੂੰ ਪੈਦਾ ਕਰਦਾ ਹੈ ਉਹ ਪੀੜਾ ਹੈ, ਉਹ ਬੋਝ ਹੈ, ਉਹ ਤਣਾਅ ਹੈ। ਪਰ ਈਸ਼ਵਰ ਜਿਸ ਭੈ ਨੂੰ ਦੇਂਦਾ ਹੈ ਉਹ ਪ੍ਰਫੁੱਲਤਾ ਹੈ, ਖੇੜਾ ਹੈ, ਖੁਸ਼ੀ ਹੈ। ਜਿੱਥੇ ਮਨੁੱਖ ਦਾ ਪੈਦਾ ਕੀਤਾ ਹੋਇਆ, ਸਵੰ ਇਜਾਦ ਕੀਤਾ ਹੋਇਆ ਭੈ ਹਿਰਦੇ ਨੂੰ ਮੈਲਾ ਕਰਦਾ ਹੈ, ਉੱਥੇ ਪ੍ਰਭੂ ਦਾ ਭੈ ਹਿਰਦੇ ਨੂੰ ਸ਼ੁੱਧ ਕਰ ਦਿੰਦਾ ਹੈ। ਭੈ ਪਈਏ ਤਨ ਖੀਣ ਹੋਏ, ਲੋਭ ਰਤ ਵਿੱਚੋਂ ਜਾਏ। ਜਿਉਂ ਬੈ ਸੰਤਰ ਧਾਤ ਸੁਧ ਹੋਏ, ਤਿਉ ਹਰ ਕਾ ਭਉ ਦੁਰਮਤ ਮੈਲ ਗਵਾਏ। ਪ੍ਰਭੂ ਦਾ ਭੈ, ਅਕਾਲ ਪੁਰਖ ਦਾ ਭੈ ਮਨੁੱਖ ਦੀ ਤਮਾਮ ਦੁਰਮਤੀ ਨੂੰ ਸਾੜ ਦਿੰਦਾ ਹੈ, ਮਨੁੱਖ ਦੇ ਤਮਾਮ ਮਾੜੇ ਵਿਚਾਰਾਂ ਨੂੰ ਛੀਣ ਕਰ ਦਿੰਦਾ ਹੈ, ਖਤਮ ਕਰ ਦਿੰਦਾ ਹੈ। ਇਸ ਵਾਸਤੇ ਭੈ ਮਨੁੱਖ ਦੀ ਇੱਕ ਲੋੜ ਹੈ, ਤੇ ਭੈ ਨਾਲ ਹੀ ਵਸਤੂ ਦੀ ਤੇ ਹਸਤੀ ਦੀ ਹੋਂਦ ਹੈ। ਇਹ ਈਸ਼ਵਰੀ ਭੈ ਇੱਕ ਪਾਸੇ ਕਰ ਦਈਏ, ਮਨੁੱਖ ਦੀਆਂ ਖੁਸ਼ੀਆਂ, ਮਨੁੱਖ ਦਾ ਆਨੰਦ, ਮਨੁੱਖ ਦਾ ਖੇੜਾ ਸਾਰਾ ਨਸ਼ਟ ਹੋ ਜਾਏਗਾ। ਭੈ ਵਿੱਚ ਪਾਵਣ ਵਹਿ ਸਦਵਾਓ। ਹੁਣ ਸਤਿਗੁਰੂ ਦੇਵ ਜੀ ਮਹਾਰਾਜ ਇਸ ਪਾਵਨ ਪਵਿੱਤਰ ਸ਼ਲੋਕ ਦੇ ਵਿੱਚ ਫਰਮਾਨ ਕਰਦੇ ਨੇ ਕਿ ਜਿੱਥੇ ਪਰਮਾਤਮਾ ਵਿਆਪਕ ਹੈ ਉਸ ਦਾ ਭੈ ਵੀ ਵਿਆਪਕ ਹੈ, ਔਰ ਉਸ ਦੇ ਭੈ ਵਿੱਚ ਸਾਰੇ ਨੇ। ਇਹ ਭੈ ਸੂਖਸ਼ਮ ਰੂਪ ਦੇ ਵਿੱਚ, ਅਸਥੂਲ ਰੂਪ ਦੇ ਵਿੱਚ ਸਾਰੇ ਹੀ ਕਬੂਲਦੇ ਨੇ, ਔਰ ਸਾਰੇ ਭੈ ਦੇ ਵਿੱਚ ਨੇ, ਤੇ ਸਾਰਿਆਂ ਨੂੰ ਭੈ ਤੋਂ ਬਾਹਰ ਕੱਢਣਾ ਬਹੁਤ ਔਖੀ ਗੱਲ ਹੈ। ਸਤਿਗੁਰੂ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਇਹ ਜਿਹੜੀ ਪਵਨ ਹੈ ਜੋ ਹਰ ਵਕਤ ਚੱਲ ਰਹੀ ਹੈ, ਵਗ ਰਹੀ ਹੈ, ਪ੍ਰਭੂ ਦੇ ਭੈ ਵਿੱਚ ਹੈ। ਇਹ ਆਪ ਮੁਹਾਰੇ ਨਹੀਂ ਵਗ ਰਹੀ, ਇਹਨੂੰ ਵਗਾਉਣ ਵਾਲਾ ਕੋਈ ਹੈ, ਇਹਨੂੰ ਚਲਾਉਣ ਵਾਲਾ ਕੋਈ ਹੈ। ਅਗਰ ਇਹ ਆਪ ਮੁਹਾਰੇ ਹੋਵੇ ਤਾਂ ਪਵਨ ਤੋਂ ਵੀ ਬਥੇਰੀਆਂ ਬਰਬਾਦੀਆਂ ਹੋ ਸਕਦੀਆਂ ਨੇ, ਤਬਾਹੀਆਂ ਹੋ ਸਕਦੀਆਂ ਨੇ। ਅਸੀਂ ਕਦੀ ਕਦੀ ਦੇਖਦੇ ਹਾਂ ਕਿ ਈਸ਼ਵਰ ਕਦੀ ਕਦੀ ਪਵਨ ਨੂੰ ਬੇਮੁਹਾਰਾ ਕਰ ਦਿੰਦਾ ਹੈ, ਤੇ ਜੈਸੇ ਪਵਨ ਨੂੰ ਬੇਮੁਹਾਰਾ ਕਰਦਾ ਹੈ, ਪਵਨ ਤੂਫਾਨ ਦੀ ਸ਼ਕਲ ਅਖਤਿਆਰ ਕਰ ਅਨੇਕਾਂ ਤਬਾਹੀਆਂ ਨੂੰ ਜਨਮ ਦਿੰਦੀ ਹੈ, ਅਨੇਕਾਂ ਬਰਬਾਦੀਆਂ ਨੂੰ ਜਨਮ ਦਿੰਦੀ ਹੈ। ਸੋ ਸਾਹਿਬ ਕਹਿੰਦੇ ਨੇ ਇਹ ਭੈ ਦੇ ਵਿੱਚ ਵਗ ਰਹੀ ਹੈ, ਚੱਲ ਰਹੀ ਹੈ। ਭੈ ਵਿੱਚ ਚੱਲੇ ਲਖ ਦਰਿਆ। ਪ੍ਰਿਥਵੀ ਦੇ ਉੱਤੇ ਇਹ ਜੋ ਲੱਖਾਂ ਨਦੀ ਨਾਲੇ ਦਰਿਆ ਚੱਲ ਰਹੇ ਨੇ, ਸਤਿਗੁਰੂ ਦੇਵ ਜੀ ਮਹਾਰਾਜ ਕਹਿੰਦੇ ਨੇ ਇਹ ਸਾਰੇ ਦੇ ਸਾਰੇ ਪ੍ਰਭੂ ਭੈ ਦੇ ਵਿੱਚ ਚੱਲ ਰਹੇ ਨੇ। ਬਾਬੇ ਫਰੀਦ ਦੀ ਜ਼ਿੰਦਗੀ ਦੀ ਇੱਕ ਗਾਥਾ ਹੈ ਜੋ ਉਹਨਾਂ ਦੇ ਸ਼ਲੋਕ ਦੇ ਵਿੱਚ ਬਕਾਇਦਾ ਅੰਕਿਤ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ, ਕਿ ਦਰਿਆਏ ਸਿੰਧ ਇੱਕ ਦਫਾ ਤੁਗਿਆਨੀ ਤੇ ਆਇਆ, ਪੂਰੇ ਹੜ ਤੇ ਆਇਆ, ਤੇ ਉਹਨੇ ਸ਼ਹਿਰ ਨੂੰ ਢਾਹ ਲਾਣੀ ਸ਼ੁਰੂ ਕਰ ਦਿੱਤੀ। ਬਾਬੇ
फरीद दा भी अस्थान दरिया सिंध के किनारे। सारे कस्बे वासी आके फरियाद करते ने बाबे फरीद नूं भी जिस ढंग नाल ये दरिया चढ़िया ते जिस ढंग नाल इसने ढाल आई है, इस ढंग नाल ते साडा शहर बचना बड़ी औखी गल है ते तुहाडा डेरा भी बचना बहुत औखी गल है। बाबा फरीद दरिया सिंध के कंढे आके खड़े होए, ओदियां उछलदियां लहरां नूं वेखदे ने। वो हड़ ते आया है, बेमुहारे है, ऐसा आप नूं प्रतीत होया है। तो आप कहंदे ने फरीदा कंदी वहन न ढाए, तू भी लेखा देवना। ऐ दरिया एक किनारे ना ढा, तबाइयां ना लिया, बर्बादियां नूं जन्म ना दे, तैनू भी लेखा देना पेगा। इतनी गल आखण दी देर से दरिया पहले नालों भी ज्यादा हड़ ते आ गया, पानी वध गया, ढा पहले नालों भी जोर दी लग गई। तो आप दे हथ जुड़ गए, आपने सिर झुकाया ते आप दे मुंहों ये बोल निकले, कंदी वैन न ढाए, तू भी लेखा देवना। फरीदा जिधर रब रजाए, वैन ते दाऊं गांव करे। दरअसल ते रब दी रजा दे चल रहा है, ये ते रब दे भय दे चल रहा है, ते जिधर रब चला रहा है ये उधर चल रहा है। ये ढा भी रब दी रजा दे लगी हुई है। इस वास्ते रब दी रजा दे सारे राजी हो, सारे मस्तक झुकाओ, सारे दुआ करो, सारे हथ जोड़ो, हे अकाल पुरख, हे रब, हे खुदा, जो तेरी रजा असी उस दे च राजी। कहंदे ने ऐसी दुआ करदियां दरिया अपने सीमत दायरे दे च वगण लग पिया। ये साखी, ये श्लोक इस गल का सबूत मुहैया करता है कि सब कुछ मर्यादा दे च है ते प्रभु भय दे च है। साहिब कहंदे ने अनंत दरिया, ये लखां नदी नाले सब भय विच चल रहे ने। भय विच अगन कड़े वेगार। ये जो अग्नि सेवा कर रही है तरह तरह की, अजोके युग दे च ते अगन की बहुत वड्डी सेवा है। रेलां मोटरां गड्डियां अग दे आसरे ते चल रही ने, और इस तो इलावा बड़े बड़े कारखाने अग दा ही इस्तेमाल कर रहे हैं। मनुख दे शरीर दे च पाचन शक्ति ते जिंदगी देण दा कम अग कर रही है। अग बहु पक्षी सेवा दे च जुटी हुई है। साहिब कहंदे ने ये भी भय दे च है। अगर ये मर्यादा च ना होवे, भय दे च ना होवे, तो ऐसा भी हो सकता है अग ठंडी हो सकती है। अग सेक देण दी थां ते ठंड देण लग पवे, कि जे अग ठंड देण लग पवे तो अग ही ना रही, अग की जो सेवा है वो सेवा ही ना रही। तो सतगुरुदेव जी महाराज कहते हैं इत्थे जो अग्नि है ये भी प्रभु दे भय दे चल रही है। कहते हैं कबीर दे घर नूं जद अग लगी ते घर सारा जल के खाक होया, खड्डी भी जल गई, कपड़े भी जल गए, साजो समान सारा जद घर दा जलिया। ते आप कहते ने आपे पावक आपे पवना, जारे खसम तर आखे कवना। ए खसम, अज तू मेरे घर दे च आया है अग दे रूप विच, अज तू मेरे घर दे च आया है पवन दे रूप विच, ते जद तू ही मेरा घर साड़ना है ते बचाएगा कौन? जद तू ही अग है ते मेरे घर नूं लगी है, ए प्रभु हुण होर कौन रखवाला होवेगा, हुण होर कौन बचावेगा? अग दे विच भी अकाल पुरख दा रूप वेखना, भाव उदी रजा वेखना, उदा हुक्म वेखना, अग नूं भी प्रभु दी मर्यादा दे विच वेखना, ये भगतां दी एक दृष्टि होंदी है, ये भगतां दी एक सोचनी होंदी है। तो सतगुरुदेव जी महाराज कहंदे ने भय विच अगन कड़े वेगार, भय विच धरती दब्बी भार। अनेकां तरह दे भार दे थल्ले दबी ये धरती, जिहदे उत्ते पहाड़ ने, दरिया ने, दरख्त ने, पशु पंखी ने, मनुख ने, अनेकां तरह का बोझ लैके जो ये धरती दबी हुई खड़ी है। सतगुरुदेव जी कहते हैं ये भी भय दे, ये भी किसी मर्यादा, ये बेमर्यादा नहीं, ये प्रभु दे भय तो बिना नहीं। अगां चल के आप फरमान करते हैं भय विच इंद्र फिरे सिर भार, भय विच राजा धर्म द्वार, भय विच इंद्र फिरे सिर भार। इंद्र बदल जो सिर दे उपर मंडला रहे हैं,
ਇਸਲਾਮ ਵਿੱਚ ਪਾਣੀ ਦੇ ਦੇਵਤੇ ਨੂੰ ਖਵਾਜਾ ਖਿਜਰ ਕਹਿੰਦੇ ਨੇ, ਸਾਡੇ ਦੇਸ਼ ਵਿੱਚ ਇੰਦਰ ਕਹਿੰਦੇ ਨੇ। ਬੱਦਲ ਉੱਪਰ ਮੰਡਲਾ ਰਹੇ ਨੇ, ਸਾਹਿਬ ਕਹਿੰਦੇ ਨੇ ਇਹ ਵੀ ਪਏ ਦੇ ਚ ਕਿਸੇ ਮਰਿਆਦਾ ਦੇ ਚ ਉੱਪਰ ਮੰਡਲਾਉਂਦੇ ਪਏ ਨੇ ਤੇ ਫਿਰ ਬਰਸਦੇ ਪਏ ਨੇ। ਇਹ ਜੋ ਰਾਜਾ ਧਰਮਰਾਜ ਹੈ, ਜੋ ਜੀਵਾਂ ਦੇ ਲੇਖ ਲਿਖਦਾ ਹੈ, ਇਹ ਜਿਹੜੀ ਮਰਿਆਦਾ ਹੈ ਇਹ ਵੀ ਪ੍ਰਭੂ ਦੇ ਭੈ ਦੇ ਚ ਹੈ। ਭੈ ਦੀ ਉਲੰਘਣਾ ਹੋਈ ਤੇ ਬੇਤਰਤੀਬੀ ਹੋ ਜਾਂਦੀ ਹੈ। ਇਸ ਵਾਸਤੇ ਪ੍ਰਭੂ ਦਾ ਭੈ ਐਸਾ ਹੈ, ਕੋਈ ਵੀ ਜੜ ਚੇਤਨ ਉਸ ਦੀ ਉਲੰਘਣਾ ਨਹੀਂ ਕਰ ਸਕਦਾ। ਤੋ ਸਤਿਗੁਰਦੇਵ ਜੀ ਮਹਾਰਾਜ ਕਹਿੰਦੇ ਨੇ ਇਹ ਧਰਤੀ ਜਿੱਥੇ ਭਾਰ ਲੈ ਕੇ ਖੜੀ ਹੈ, ਉੱਥੇ ਸਿਰਾਂ ਦੇ ਉੱਤੇ ਭਾਰ ਬਣ ਕੇ ਤੇ ਪਾਣੀ ਵਰਸਾ ਰਿਹਾ ਜੋ ਇੰਦਰ ਹੈ, ਇਹ ਵੀ ਭੈ ਦੇ ਚ ਹੈ। ਔਰ ਇਹ ਧਰਮਰਾਜ ਜੋ ਜੀਵਾਂ ਦੇ ਕਰਮ ਪਿਆ ਲਿਖਦਾ ਹੈ, ਇਹ ਵੀ ਭੈ ਦੇ ਚ ਹੈ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ, ਜੋ ਅਨੰਤ ਕੋ ਕਰੋੜਾਂ ਮੀਲ ਦੀ ਯਾਤਰਾ ਕਰਦੇ ਨੇ। ਚੰਦਰਮਾ, ਸੂਰਯ ਇਤਿਆਦਿ, ਇਹ ਸਾਰੇ ਦੇ ਸਾਰੇ ਭੈ ਦੇ ਵਿੱਚ ਨੇ, ਮਰਿਆਦਾ ਦੇ ਵਿੱਚ ਨੇ। ਸਤਿਗੁਰਦੇਵ ਜੀ ਮਹਾਰਾਜ ਅਗਾਂਹ ਚੱਲ ਕੇ ਕਹਿੰਦੇ ਨੇ ਭੈ ਵਿੱਚ ਜੋਧ ਮਹਾਬਲ ਸੂਰ, ਭਾਵੇਂ ਕੋਈ ਜੋਧਾ ਹੈ, ਮਹਾਬਲੀ ਹੈ, ਸੂਰਮਾ ਹੈ, ਪਰ ਉਹ ਵੀ ਭੈ ਦੇ ਚ ਹੈ, ਉਹ ਵੀ ਡਰ ਦੇ ਚ ਹੈ। ਕਦੀ ਬਗੌਰ ਮੁਤਾਲਾ ਕਰੀਏ, ਡਰ ਵੀ ਹੋਣ ਕੋਈ ਵੀ ਨਹੀਂ ਹੈ। ਸਤਿਗੁਰ ਆਪ ਕਹਿੰਦੇ ਨੇ ਸਗਲ ਸਮਗਰੀ ਡਰਹਿ ਬਿਆਪੀ, ਬਿਨ ਡਰ ਕਰਨੇ ਹਾਰਾ, ਕਉ ਨਾਨਕ ਭਗਤਨ ਕਾ ਸੰਗੀ, ਭਗਤ ਸੋਏ ਦਰਬਾਰਾ। ਤੋ ਸਾਹਿਬ ਫਰਮਾਨ ਕਰਦੇ ਨੇ ਇਹ ਯੋਧੇ, ਇਹ ਮਹਾਬਲੀ, ਇਹ ਸੂਰਮੇ ਸਾਰੇ ਭੈ ਦੇ ਚ ਨੇ। ਭੈ ਵਿੱਚ ਆਵੇਂ ਜਾਵੇਂ ਪੂਰ, ਜ਼ਿੰਦਗੀਆਂ ਦੇ ਪੂਰਾਂ ਦੇ ਪੂਰ ਜੋ ਜੰਮਦੇ ਨੇ ਮਰਦੇ ਨੇ, ਭੈ ਦੇ ਚ ਨੇ। ਚਾਹੇ ਬੱਚਾ ਹੈ, ਚਾਹੇ ਜਵਾਨ ਹੈ, ਚਾਹੇ ਬੁੱਢਾ ਹੈ, ਇਹ ਜੋ ਜਨਮ ਚੱਲ ਰਿਹਾ ਹੈ, ਇਹ ਜੋ ਮਰਨ ਚੱਲ ਰਿਹਾ ਹੈ, ਇਹ ਪੂਰਾਂ ਦੇ ਪੂਰ ਜੋ ਆ ਰਹੇ ਨੇ, ਜਾ ਰਹੇ ਨੇ, ਸਾਰਿਆਂ ਦੇ ਉੱਤੇ ਭੈ ਦਾ ਲੇਖ ਲਿਖਿਆ ਹੋਇਆ ਹੈ। ਭਾਵ ਸਭ ਦੇ ਅੰਦਰ ਭੈ ਚੱਲ ਰਿਹਾ ਹੈ ਤੇ ਭੈ ਵਿਆਪਕ ਰੂਪ ਦੇ ਵਿੱਚ ਹਰ ਇੱਕ ਦੇ ਅੰਦਰ ਕੰਮ ਕਰ ਰਿਹਾ ਹੈ ਔਰ ਵੱਖ-ਵੱਖ ਕੰਮ ਕਰ ਰਿਹਾ ਹੈ। ਕਿਧਰੇ ਮੌਤ ਦਾ ਭੈ ਹੈ, ਕਿਧਰੇ ਬਿਮਾਰ ਪੈ ਜਾਣ ਦਾ ਭੈ ਹੈ, ਕਿਧਰੇ ਐਸਾ ਭੈ ਹੈ ਕਿ ਕਮਾਇਆ ਹੋਇਆ ਧਨ ਮੇਰਾ ਨਾਸ ਨਾ ਹੋ ਜਾਏ, ਕਿਧਰੇ ਇਹ ਭੈ ਹੈ ਕਿ ਸੀਲ ਸੰਜਮ ਕੀਤੀ ਹੋਈ ਭਗਤੀ ਮੇਰੀ ਨਸ਼ਟ ਨਾ ਹੋ ਜਾਏ। ਤੋ ਭੈ ਮਨੁੱਖ ਦੀ ਸੁਰੱਖਿਆ ਹੈ। ਭੈ ਪ੍ਰਮਾਤਮਾ ਵੱਲੋਂ ਦੁੱਖ ਤੇ ਤਕਲੀਫ ਨਹੀਂ। ਅਗਰ ਬਿਮਾਰ ਹੋ ਜਾਣ ਦਾ ਭੈ ਨਾ ਹੋਵੇ ਤੇ ਮਨੁੱਖ ਇਤਨਾ ਖਾਵੇ ਕਿ ਪਸ਼ੂਆਂ ਨੂੰ ਵੀ ਮਾਤ ਕਰ ਦੇਵੇ। ਇਹ ਬਿਮਾਰ ਹੋ ਜਾਣ ਦਾ ਭੈ ਮਨੁੱਖ ਨੂੰ ਸੰਜਮ ਦੇ ਚ ਰੱਖਦਾ ਹੈ। ਅਗਰ ਵਿਕਾਰਾਂ ਦੇ ਮਲੀਨ ਹੋਣ ਦਾ ਭੈ ਨਾ ਹੋਵੇ ਤੇ ਮਾਨਸਿਕ ਰੋਗੀ ਹੋਣ ਦਾ ਭੈ ਨਾ ਹੋਵੇ, ਤਾਂ ਫਿਰ ਜਗਤ ਵਿੱਚ ਕੋਈ ਵੀ ਸਦਾਚਾਰੀ ਨਹੀਂ ਰਹੇਗਾ, ਸਾਰੇ ਦੁਰਾਚਾਰੀ ਬਣ ਜਾਣਗੇ। ਭੈ ਕਰਕੇ ਕੋਈ ਸਦਾਚਾਰੀ ਹੈ, ਭੈ ਕਰਕੇ ਕੋਈ ਸੰਜਮੀ ਹੈ, ਭੈ ਕਰਕੇ ਕੋਈ ਜੋਧ ਹੈ, ਮਹਾਬਲੀ ਹੈ, ਸੂਰਮਾ ਹੈ। ਦਰਅਸਲ ਭੈ ਮਨੁੱਖ ਦੀ ਜੀਵਾਂ ਦੀ ਆਂਤਰਿਕ ਸੁਰੱਖਿਆ ਹੈ, ਨਾ ਕਿ ਇੱਕ ਪੀੜਾ ਹੈ, ਨਾ ਕਿ ਇੱਕ ਦੁੱਖ ਹੈ। ਤੋ ਸਾਹਿਬ ਫਰਮਾਨ ਕਰਦੇ ਨੇ ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੀ ਚਲਤ ਨ ਅੰਤ, ਭੈ ਵਿੱਚ ਸਿੱਧ ਬੁੱਧ ਸੁਰਨਾਰ। ਜੀਵਨ ਨੂੰ ਭੈ ਵਿੱਚ ਰੱਖ ਕੇ, ਪ੍ਰਭੂ ਭੈ ਵਿੱਚ ਰੱਖ ਕੇ ਕੋਈ ਸਿੱਧ ਬਣਿਆ, ਕੋਈ ਬੁੱਧ ਬਣਿਆ, ਕੋਈ ਦੇਵਤਾ ਬਣਿਆ, ਕੋਈ ਨਾਥ ਬਣਿਆ। ਰੱਬੀ ਭੈ ਨੂੰ ਇੱਕ ਪਾਸੇ ਕਰ ਦਈਏ, ਨਾ ਕੋਈ ਦੇਵਤਾ ਬਣ ਸਕਦਾ ਹੈ, ਨਾ ਕੋਈ ਨਾਥ ਬਣ ਸਕਦਾ ਹੈ, ਨਾ ਕੋਈ ਬੁੱਧ ਬਣ ਸਕਦਾ ਹੈ, ਨਾ ਕੋਈ ਸਿੱਧ ਬਣ ਸਕਦਾ ਹੈ। ਸਿੱਧੀਆਂ ਪ੍ਰਾਪਤ ਹੁੰਦੀਆਂ ਨੇ ਦਰਅਸਲ ਪ੍ਰਾਕਿਰਤਿਕ ਪਰਮਾਤਮਾ ਦੇ ਭੈ ਨੂੰ ਮੰਨ ਕੇ। ਬੁੱਧ ਪ੍ਰਾਪਤ ਹੁੰਦੀ ਹੈ ਆਪਣੇ ਆਪ ਨੂੰ ਮਰਿਆਦਾ ਵਿੱਚ ਰੱਖ ਕੇ, ਪ੍ਰਭੂ ਭੈ ਨੂੰ ਮੰਨ ਕੇ। ਔਰ ਇਸੇ ਤਰੀਕੇ ਨਾਲ ਆਤਮ ਪ੍ਰਕਾਸ਼ ਦਾ ਚਾਨਣਾ ਹੋ ਜਾਂਦਾ ਹੈ, ਦੀਵਾ ਜਲ ਜਾਂਦਾ ਹੈ, ਮਨੁੱਖ ਦੇਵਤਾ ਬਣ ਜਾਂਦਾ ਹੈ। ਪਰ ਬਣਨ ਦਾ ਢੰਗ ਹੈ ਪ੍ਰਭੂ ਦਾ ਭੈ। ਕੋਈ ਨਾਥ ਬਣ ਜਾਂਦਾ ਹੈ, ਭਾਵ ਆਪਣੇ ਜੀਵਨ ਨੂੰ ਨੱਥ ਪਾ ਲੈਂਦਾ ਹੈ, ਸਾਰੀਆਂ ਇੰਦਰੀਆਂ ਨੂੰ ਨੱਥ ਪਾ ਲੈਂਦਾ ਹੈ, ਨਾਥ ਬਣ ਜਾਂਦਾ ਹੈ। ਤਾਂ ਇਹ ਪ੍ਰਭੂ ਭੈ ਤੋਂ ਬਿਨਾਂ ਇਤਨੀ ਉੱਚ ਪਦਵੀ ਦਾ ਪ੍ਰਾਪਤ ਕਰਨਾ ਕਠਿਨ ਹੈ। ਭੈ ਵਿੱਚ ਆਡਾਣੇ ਆਕਾਸ਼, ਇਹ ਜੋ ਤਣੇ ਹੋਏ ਆਕਾਸ਼, ਇਹ ਜੋ ਵਿਆਪਕ ਰੂਪ ਵਿੱਚ ਖੜੇ ਉੱਪਰ ਆਕਾਸ਼ ਨੇ, ਸਤਿਗੁਰਦੇਵ ਜੀ ਮਹਾਰਾਜ ਕਹਿੰਦੇ ਨੇ ਇਹ ਵੀ ਭੈ ਦੇ ਚ ਨੇ। ਭੈ ਵਿੱਚ ਜੋਧ ਮਹਾਬਲ ਸੂਰ, ਭੈ ਵਿੱਚ ਆਵੇਂ ਜਾਵੇਂ ਪੂਰ। ਮਹਾਰਾਜ ਫਰਮਾਨ ਕਰਦੇ ਨੇ ਕਿ ਜਿਤਨੇ ਸੂਰਮੇ ਨੇ, ਮਹਾਬਲੀ ਨੇ, ਇਹ ਭੈ ਦੇ ਚ ਨੇ ਤੇ ਸਾਰੀਆਂ ਹੀ ਜੀਵਾਂ ਦੇ ਸਿਰ ਦੇ ਉੱਤੇ ਭੈ ਦਾ ਲੇਖ ਬਕਾਇਦਾ ਤੌਰ ਤੇ ਲਿਖਿਆ ਹੋਇਆ ਹੈ।
कोई ऐसा जीव नहीं जिहदे मत्थे दे उत्ते ये भय दा लेख लिखिया होया नहीं। आखिर कोई ऐसा भी है जिहदे मत्थे ते ना होवे? तो महाराज कहंदे हाँ, सगलियां भौ लिखिया सिरलेख, नानक निर्भव निरंकार सच एक। महाराज कहंदे निर्भव भय तो रहत ते केवल वही है जिहड़ा आकार तो रहत है, और केवल वो इको एक परिपूर्ण परमात्मा है जो आकार तो रहत है, भय तो रहत है। जद कोई प्रभु दा भय मन लैंदा है ਤਾਂ ਫਿਰ ਸੰਸਾਰ ਵਿੱਚ ਨਿਰਭੈ ਹੋ ਜਾਂਦਾ ਹੈ, ਤੇ ਪ੍ਰਭੂ ਦਾ ਭੈ ਉਸ ਨੂੰ ਸ਼ੁੱਧ ਕਰ ਦਿੰਦਾ ਹੈ, ਪ੍ਰਭੂ ਦਾ ਭੈ ਉਸ ਨੂੰ ਨਿਰਮਲ ਕਰ ਦਿੰਦਾ ਹੈ, ਪ੍ਰਭੂ ਦਾ ਭੈ ਆਤਮਿਕ ਆਨੰਦ ਤੱਕ ਲੈ ਜਾਂਦਾ ਹੈ। ਇਸ ਵਾਸਤੇ ਪ੍ਰਭੂ ਦਾ ਭੈ ਮਨੁੱਖ ਮਾਤਰ ਦੀ ਇੱਕ ਲੋੜ ਹੈ, ਇੱਕ ਸੁਰੱਖਿਆ ਹੈ, ਔਰ ਇੱਕ ਬਹੁਤ ਵੱਡੀ ਦਾਤ ਹੈ ਜੋ ਜੀਵਾਂ ਦੀ ਝੋਲੀ 'ਚ परिपूर्ण परमात्मा ने पा के रखी है। मौत का भय है, पशु पंखी कीड़े मकोड़े अपने आप को सुरक्षित थां ते लै जांदे ने, अपने आप को बचाने की कोशिश करते हैं। ये भय जे सारियां दे च ना होवे तां ना कोई अपनी तन की हिफाजत करे ते ना ही कोई अपने मन की हिफाजत करे। तो भय आंतरिक सुरक्षा है, बैरूनी सुरक्षा है। दूसरा श्लोक साहिब श्री गुरु नानक देव जी महाराज का, नानक निर्भव निरंकार और केते राम रवाल। निर्भव ते केवल निरंकार है, आकार तो रहत जो परिपूर्ण परमात्मा है। होर कितने राम इत्यादक जो कहे जाते हैं वो ते रवाल ने, प्रभु के चरणों की खाक ने। भाव ईश्वर के सामने कुछ भी नहीं है, ये ईश्वर की कृत ने, ये जगत के करता नहीं, ये ईश्वर की कृत है। तो साहिब कहते हैं होर केते राम रवाल, रवाल कहते हैं खाक नूं। होर कितने ही राम प्रभु के चरणों की खाक ने। केतियां कन कहानियां केते वेद विचार, कितने कृष्ण जी दियां गल्लां आखियां जांदियां ने, कथावां आखियां जांदियां ने, कितने ही वेद विचारक ने। साहिब कहते हैं ये सब भय दे च ने, सारे परमात्मा दे भय दे च ने। केते नच्चे मंगते गिड़मिड़ पूरे ताल, कितने ऐसे नृतकार ने नचदे ने टपदे ने ताल दे च, पर उन्हां दे अंदर भाव एको ही काम करता है, जगत दे पदार्थ की मंग। उन्हां दा नचना, उन्हां दा टपना, उन्हां दा ताल दा पूरना केवल दुनियावी मंग ते खड़ा है। अगां चल के आप कहते हैं बाजारी बाजार में आए कढ़े बाजार। इस तरह के जिहड़े नाटककार ने, नचण वाले ने, मंगते ने, बाजार विच आके तमाशा करते हैं और तरह तरह के कौतक वो जगत नूं विखांदे ने। और कौतक विखांदे आया कुछ गाउंदे ने। की गाउंदे ने? गावे राजे राणियां बोले आल पताल। गांदे ने राजे राणियां दे किस्से, गीत गांदे ने, महिमा गायन करते ने राजियां दियां, राणियां दियां, और बोले आल पताल ऐसा बोलते ने कि जैसे पाताल तो आवाज आ रही होवे, आकाश तो आवाज आ रही होवे। भाव समझ तो परे दी गल। ऐसे बोल बोलते ने जो समझते च नहीं आते। गीत गाते ने उन्हों दे जो हो गुजरे राजे ने, हो गुजरियां राणियां ने। लख टकियां के मुंदड़े, लख टकियां के हार। नचन लगिया वो अपने तन नूं सवारदे ने बड़े बेशकीमत गहणियां नाल। बड़े सुंदर कपड़े पहनते ने, बहुत सोहने गहने पहनते ने, राजियां की नकल करते हैं, राणियां का रूप धारण करते हैं, तरह तरह के गीत गाते हैं, अपने आप नूं इस ढंग नाल सवार के। पर साहिब कहते हैं जित तन पाइए नानका से तन होवै छार। जिस तन दे उत्ते सुंदर कपड़े पाए जाते हैं, सोहने गहने सजाए जाते हैं, तन नूं खूबसूरत बनाया जाता है, अंत दे विच ये तन छार हो जाता है, मिट्टी हो जाता है। ज्ञान न गली ढूंढई कथना करड़ा सार। ज्ञान नचन टप्पण नाल थोड़ी मिलता है, ज्ञान राजे राणियां दे गीत सुनाण नाल थोड़ी मिलता है। साहिब कहते हैं तरह तरह के नाटक और तरह तरह के रास इत्यादि दिखाणी और इस तरह का नचना ते टपना, इहदे नाल प्रभु का ज्ञान प्राप्त नहीं होता। इस तरह दीयां गल्लां दे नाल, इस तरह के गीतां दे नाल ईश्वर का ज्ञान प्राप्त नहीं होता। ज्ञान न गलई ढूंढी है, ज्ञान इन्हां गल्लां दे नाल प्राप्त नहीं होता। अनुभव प्रकाश, अनुभवी ज्ञान ईश्वर का कथना करड़ा सार फिर कैसे प्राप्त होता है? महाराज कहते एक कथन करना इतना औखा है जिवें लोहे नूं दंदां नाल चबाना होवे। जैसे लोहे नूं
ਦੰਦਾਂ ਨਾਲ ਚਬਾਣਾ ਅਤਿਅੰਤ ਕਠਿਨ ਹੈ, ਇਵੇਂ ਪ੍ਰਭੂ ਦਾ ਗਿਆਨ ਜ਼ਬਾਨ ਦੇ ਨਾਲ ਪੂਰਨ ਤੌਰ ਤੇ ਕਥਨ ਕਰਨਾ ਔਖਾ ਹੈ। ਕਰਮ ਮਿਲੇ ਤਾਂ ਪਾਈਏ, ਹੋਰ ਹਿਕਮਤ ਹੁਕਮ ਖੁਆਰ। ਜੇ ਬਖਸ਼ਿਸ਼ ਹੋਵੇ ਉਸ ਅਕਾਲ ਪੁਰਖ ਦੀ, ਜੇ ਰਹਿਮਤ ਹੋਵੇ ਉਸ ਪਰਿਪੂਰਨ ਪ੍ਰਮਾਤਮਾ ਦੀ, ਤਾਂ ਪ੍ਰਾਪਤ ਹੋ ਜਾਂਦਾ ਹੈ। ਮਨੁੱਖ ਦੀਆਂ ਹੋਰ ਸਾਰੀਆਂ ਸਿਆਣਪਾਂ, ਮਨੁੱਖ ਦੀਆਂ ਹੋਰ ਸਾਰੀਆਂ ਚਤਰਾਈਆਂ ਖੁਆਰੀ ਨੂੰ ਹੀ ਜਨਮ ਦਿੰਦੀਆਂ ਨੇ। ਇਤਨੀ ਗੱਲ ਸਪਸ਼ਟ ਹੈ ਕਿ ਪ੍ਰਮਾਤਮਾ ਪ੍ਰਸਾਦ ਨਾਲ ਮਿਲਦਾ ਹੈ, ਪ੍ਰਯਾਸ ਨਾਲ ਨਹੀਂ। ਧਨ ਪ੍ਰਯਾਸ ਨਾਲ ਮਿਲਦਾ ਹੈ, ਪ੍ਰਸਾਦ ਨਾਲ ਨਹੀਂ। ਧਰਮ ਪ੍ਰਸਾਦ ਨਾਲ ਮਿਲਦਾ ਹੈ, ਪ੍ਰਯਾਸ ਨਾਲ ਨਹੀਂ। ਪਦਾਰਥ ਪ੍ਰਯਾਸ ਨਾਲ ਮਿਲਦਾ ਹੈ, ਪ੍ਰਸਾਦ ਨਾਲ ਨਹੀਂ। ਪ੍ਰਮਾਤਮਾ ਪ੍ਰਸਾਦ ਨਾਲ ਮਿਲਦਾ ਹੈ, ਪ੍ਰਯਾਸ ਨਾਲ ਨਹੀਂ। ਦਰਅਸਲ ਪ੍ਰਮਾਤਮਾ ਦਾ ਮਿਲਣਾ ਇੱਕ ਪ੍ਰਸਾਦ ਹੈ, ਈਸ਼ਵਰ ਦਾ ਮਿਲਣਾ ਇੱਕ ਪ੍ਰਸਾਦ ਹੈ। ਅੱਜ ਤੱਕ ਦੇ ਬ੍ਰਹਮ ਗਿਆਨੀਆਂ ਨੇ ਐਸਾ ਹੀ ਆਖਿਆ ਹੈ ਕਿ ਤੂੰ ਮਿਲਿਆ ਸਾਨੂੰ ਸਾਡੇ ਪ੍ਰਯਾਸ ਕਰਕੇ ਨਹੀਂ, ਤੇਰਾ ਪ੍ਰਸਾਦ, ਤੇਰੀ ਬਖਸ਼ਿਸ਼, ਤੇਰੀ ਰਹਿਮਤ। ਇਸ ਵਾਸਤੇ ਧਾਰਮਿਕ ਦੁਨੀਆ ਦੇ ਵਿੱਚ ਪ੍ਰਯਾਸ ਦੀ ਮਹਿਮਾ ਨਹੀਂ, ਪ੍ਰਸਾਦ ਦੀ ਮਹਿਮਾ ਹੈ। ਹਾਂ, ਪਦਾਰਥ ਦੀ ਦੁਨੀਆ ਦੇ ਵਿੱਚ ਪ੍ਰਯਾਸ ਦੀ ਗੱਲ ਹੈ, ਮੁਸ਼ੱਕਤ ਦੀ ਗੱਲ ਹੈ, ਮਿਹਨਤ ਦੀ ਗੱਲ ਹੈ, ਪੁਰਸ਼ਾਰਥ ਦੀ ਗੱਲ ਹੈ। ਪਰ ਧਾਰਮਿਕ ਦੁਨੀਆ ਦੇ ਵਿੱਚ ਪ੍ਰਸਾਦ ਦੀ ਗੱਲ ਹੈ। ਇਸ ਵਾਸਤੇ ਉਸ ਸਤਸੰਗ ਨੂੰ, ਜਿੱਥੇ ਕਥਾ ਕੀਰਤਨ ਹੋਵੇ, ਲਾਜ਼ਮੀ ਕੁਛ ਨਾ ਕੁਛ ਪ੍ਰਸਾਦ ਵੰਡਿਆ ਜਾਂਦਾ ਹੈ, ਜੋ ਮਿਸ਼ਟਾਨ ਹੁੰਦਾ ਹੈ, ਮਿੱਠਾ ਹੁੰਦਾ ਹੈ। ਦਰਅਸਲ ਇੱਕ ਇਸ਼ਾਰਾ ਹੈ, ਇੱਕ ਪ੍ਰਤੀਕ ਚੁਣਿਆ ਗਿਆ ਕਿ ਪ੍ਰਭੂ ਦਾ ਪ੍ਰਸਾਦ ਅਤਿਅੰਤ ਮਿੱਠਾ ਹੈ, ਤੇ ਪ੍ਰਭੂ ਤੇ ਪ੍ਰਸਾਦ ਹੈ, ਉਹਦਾ ਕੋਈ ਮੁੱਲ ਨਹੀਂ, ਉਹਦੀ ਬਖਸ਼ਿਸ਼ ਹੈ। ਸਾਡੇ ਕੀਤੇ ਕਰਮ, ਸਾਡੀ ਕੀਤੀ ਤਪੱਸਿਆ, ਸਾਡੀ ਕੀਤੀ ਮਿਹਨਤ, ਉਸ ਦਾ ਮੁੱਲ ਨਹੀਂ ਹੈ। ਉਹ ਜੇ ਮਿਲਿਆ ਹੈ ਤੇ ਉਸ ਦਾ ਪ੍ਰਸਾਦ ਹੈ। ਪਰ ਮਿਹਨਤ ਕਰ ਕਰਕੇ, ਤਪੱਸਿਆ ਕਰ ਕਰਕੇ ਇਹ ਪਤਾ ਚੱਲਦਾ ਹੈ ਕਿ ਪ੍ਰਭੂ ਪ੍ਰਯਾਸ ਨਾਲ ਨਹੀਂ ਮਿਲਦਾ, ਪ੍ਰਸਾਦ ਨਾਲ ਮਿਲਦਾ ਹੈ। ਇਸ ਵਾਸਤੇ ਸਾਹਿਬ ਕਹਿੰਦੇ ਨੇ, ਗਿਆਨ ਉਪਰੋਕਤ ਗੱਲਾਂ ਦੇ ਨਾਲ ਤੇ ਨਹੀਂ ਮਿਲੇਗਾ ਕਿ ਕਿਸੇ ਰਾਜੇ ਦੇ ਗੀਤ ਗਾ ਲੈ, ਕਿਸੇ ਧਾਰਮਿਕ ਰਾਣੀਆਂ ਦੇ ਗੀਤ ਗਾ ਲੈ, ਨੱਚ ਲਿਆ, ਟੱਪ ਲਿਆ, ਰਾਸ ਪੇਸ਼ ਕਰ ਛੱਡੀ, ਇਹਦੇ ਨਾਲ ਪ੍ਰਮਾਤਮਾ ਦਾ ਗਿਆਨ ਨਹੀਂ ਮਿਲੇਗਾ। ਕਿਵੇਂ ਮਿਲੇਗਾ? ਕਥਨਾ ਕਰੜਾ ਸਾਰ, ਇਹ ਤੇ ਲੋਹੇ ਦੇ ਚਣੇ ਚਬਾਣੇ ਨੇ। ਭਾਵ ਇਸ ਛੋਟੀ ਜਿਹੀ ਜ਼ਬਾਨ ਦੇ ਨਾਲ ਪੂਰਨ ਪ੍ਰਮਾਤਮਾ ਦੀ ਗੱਲ ਆਖਣੀ ਬਹੁਤ ਕਠਿਨ ਹੈ, ਬਹੁਤ ਕਠਿਨ ਹੈ। ਇਹ ਤੇ ਕਰਮ ਮਿਲੇ ਤਾਂ ਪਾਈਏ, ਹੋਰ ਹਿਕਮਤ ਹੁਕਮ ਖੁਆਰ। ਇਹ ਤੇ ਉਸ ਦੀ ਬਖਸ਼ਿਸ਼ ਹੋਵੇ ਤੇ ਗਿਆਨ, ਅਨੁਭਵ, ਪ੍ਰਕਾਸ਼ ਪ੍ਰਾਪਤ ਹੋ ਜਾਂਦਾ ਹੈ। ਔਰ ਸਾਰੀਆਂ ਹਿਕਮਤਾਂ, ਔਰ ਸਾਰੀਆਂ ਜਿਹੜੀਆਂ ਚਤਰਾਈਆਂ ਨੇ, ਖੁਆਰੀ ਨੂੰ ਜਨਮ ਦਿੰਦੀਆਂ ਨੇ, ਦੁੱਖ ਨੂੰ ਜਨਮ ਦਿੰਦੀਆਂ ਨੇ। ਪੌੜੀ ਨਦਰ ਕਰੇ ਜੇ ਆਪਣੀ, ਤਾਂ ਨਦਰੀ ਸਤਿਗੁਰ ਪਾਇਆ। ਇਉ ਜਿਉ ਬਹੁਤੇ ਜਨਮ ਭਰਮਿਆ, ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰੂ ਜੇ ਵਡਦਾਤਾ ਕੋ ਨਹੀਂ, ਸਭ ਸੁਣਿਓ ਲੋਕ ਸਵਾਇਆ। ਸਤਿਗੁਰੂ ਮਿਲਿਏ ਸੱਚ ਪਾਇਆ, ਜਿਨੀ ਵਿੱਚੋਂ ਆਪ ਗਵਾਇਆ। ਜਿਨੀ ਸੱਚੋ ਸੱਚ ਬੁਝਾਇਆ। ਇਸ ਪੌੜੀ ਦੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਮਾਨ ਕਰ ਰਹੇ ਨੇ, ਜੇ ਉਹ ਆਪਣੀ ਬਖਸ਼ਿਸ਼ ਕਰੇ, ਰਹਿਮਤ ਕਰੇ, ਤੇ ਉਸ ਦੀ ਸਭ ਤੋਂ ਵੱਡੀ ਰਹਿਮਤ ਦਾ ਸਦਕਾ ਬਹੁਤ ਵੱਡੀ ਪ੍ਰਾਪਤੀ ਆਉਂਦੀ। ਕਿਸ ਦੀ? ਸਤਿਗੁਰੂ ਦੀ। ਕੋਈ ਸਤਿਗੁਰੂ ਮਿਲ ਪੈਂਦਾ ਹੈ, ਗਿਆਨ ਮਿਲ ਪੈਂਦਾ ਹੈ, ਸਤ ਦਾ ਪ੍ਰਕਾਸ਼ ਮਿਲ ਪੈਂਦਾ ਹੈ। ਇਹ ਸਭ ਤੋਂ ਵੱਡੀ ਬਖਸ਼ਿਸ਼ ਹੈ ਔਰ ਇਹ ਸਭ ਤੋਂ ਵੱਡੀ ਪ੍ਰਾਪਤੀ ਹੈ। ਇਹੋ ਜੀ ਬਹੁਤੇ ਜਨਮ ਭਰਮਿਆ, ਤਾਂ ਸਤਿਗੁਰ ਸ਼ਬਦ ਸੁਣਾਇਆ। ਬਹੁਤ ਜਨਮ ਤੱਕ ਜੀਵ ਭਟਕਦਾ ਰਿਹਾ, ਜੰਮਦਾ ਰਿਹਾ, ਮਰਦਾ ਰਿਹਾ। ਆਖਿਰ ਇਸ ਜਨਮ ਮਰਨ ਦੇ ਗੇੜੇ 'ਚ ਪੈ ਰਹੇ ਇਸ ਜੀਵ ਦੇ ਉੱਤੇ ਪ੍ਰਭੂ ਦੀ ਬਖਸ਼ਿਸ਼ ਹੋਈ। ਕੱਢੀਏ ਇਸ ਨੂੰ ਗੇੜੇ ਦੇ ਚੋਂ, ਕੱਢੀਏ ਇਸ ਨੂੰ ਚੱਕਰ ਦੇ ਚੋਂ। ਤਾਂ ਕੀ ਸਤਿਗੁਰ ਦਾ ਮਿਲਾਪ ਕਰਾ ਦਿੱਤਾ ਤੇ ਸਤਿਗੁਰ ਤੋਂ ਫਿਰ ਬੋਲ ਸੁਣੇ। ਤਾਂ ਸਤਿਗੁਰ ਸ਼ਬਦ ਸੁਣਾਇਆ। ਤਾਂ ਫਿਰ ਸਤਿਗੁਰ ਦਾ ਸ਼ਬਦ ਸੁਣਿਆ, ਸਤਿਗੁਰ ਦੀ ਵਿਚਾਰ ਸੁਣੀ, ਸਤਿਗੁਰ ਦੇ ਬੋਲ ਸੁਣਿਆ। ਸਤਿਗੁਰ ਮਿਲਿਏ ਸੱਚ ਪਾਇਆ, ਜਿਨੇ ਵਿੱਚੋਂ ਆਪ ਗਵਾਇਆ। ਸਾਹਿਬ ਕਹਿੰਦੇ ਨੇ, ਜੈਸੇ ਸਤਿਗੁਰ ਦਾ ਸ਼ਬਦ ਸੁਣਿਆ, ਇੱਕ ਤੇ ਬੋਧ ਹੋਇਆ ਕਿ ਅਸੀਂ ਬਹੁਤ ਜਨਮ ਤੱਕ ਭਟਕਦੇ ਰਹੇ। ਸਤਿਗੁਰ ਦਾ ਸ਼ਬਦ ਪਹਿਲਾ ਬੋਧ ਇਹੀ ਕਰਾਂਦਾ ਹੈ, ਕਿਉਂਕਿ ਜੈਸੇ ਸਤਿਗੁਰ ਦਾ ਮਿਲਾਪ ਹੁੰਦਾ ਹੈ ਤਾਂ ਇਹ ਬੋਧ ਹੁੰਦਾ ਹੈ ਕਿ ਬਹੁਤ ਜਨਮ ਭਟਕਦੇ ਰਹੇ ਹਾਂ। ਸਤਿਗੁਰ ਦਾ ਸ਼ਬਦ ਜਦ ਸੁਣਿਆ ਤਾਂ ਫਿਰ ਦੂਜਾ ਬੋਧ ਇਹ ਹੋਇਆ ਕਿ ਸਤਿਗੁਰ ਜੇਵੜ ਦਾਤਾ ਕੋ ਨਹੀਂ, ਸਭ ਸੁਣਿਓ ਲੋਕ ਸਵਾਇਆ। ਇਹ ਜਗਤ ਦੇ ਸਾਰੇ ਲੋਕੀ ਸੁਣੋ, ਸਤਿਗੁਰ ਤੋਂ ਵੱਡਾ ਹੋਰ ਕੋਈ ਦਾਤਾ ਨਹੀਂ।
ਉਹ ਗਿਆਨ ਦਾਤਾ ਹੈ, ਉਹ ਪ੍ਰਮਾਤਮਾ ਦੇ ਪ੍ਰੇਮ ਦਾ ਦਾਤਾ ਹੈ, ਉਹ ਪ੍ਰਮਾਤਮਾ ਦੇ ਮਾਰਗ ਦਾ ਦਾਤਾ ਹੈ। ਇਸ ਵਾਸਤੇ ਕਹਿੰਦੇ ਨੇ ਮਾਂ ਬਾਪ ਜੀਵਨ ਦਿੰਦੇ ਨੇ, ਮਾਂ ਬਾਪ ਜਨਮ ਦਿੰਦੇ ਨੇ, ਗੁਰੂ ਜੀਵਨ ਦਿੰਦਾ ਹੈ। ਮਾਂ ਬਾਪ ਤਨ ਦਿੰਦੇ ਨੇ, ਗੁਰੂ ਆਤਮ ਪ੍ਰਕਾਸ਼ ਦਿੰਦਾ ਹੈ। ਮਾਂ ਬਾਪ ਜ਼ਿੰਦਗੀ ਦਿੰਦੇ ਨੇ, ਗੁਰੂ ਜ਼ਿੰਦਗੀ ਸਫਲ ਕਰਦਾ ਹੈ, ਗੁਰੂ ਜ਼ਿੰਦਗੀ ਪੂਰਨ ਕਰਦਾ ਹੈ। ਤੋ ਇਸ ਤਰੀਕੇ ਨਾਲ ਮਾਂ ਬਾਪ ਨਾਲੋਂ ਵੀ ਮਹਾਨ ਹੈ ਗੁਰੂ। ਔਰ ਸਾਡੇ ਦੇਸ਼ ਵਿੱਚ ਕਰੀਬਨ ਤਮਾਮ ਰਿਸ਼ਤਿਆਂ ਦੇ ਚੋਂ ਗੁਰੂ ਦਾ ਰਿਸ਼ਤਾ ਸਭ ਤੋਂ ਉੱਚਾ ਮੰਨਿਆ ਗਿਆ, ਸਭ ਤੋਂ ਮਹਾਨ ਮੰਨਿਆ ਗਿਆ, ਕਿਉਂਕਿ ਉਹ ਕੇਵਲ ਜਨਮ ਦਾਤਾ ਨਹੀਂ, ਉਹ ਜ਼ਿੰਦਗੀ ਦਾਤਾ ਹੈ। ਉਹ ਸਿਰਫ ਜ਼ਿੰਦਗੀ ਦਿੰਦਾ ਨਹੀਂ, ਜ਼ਿੰਦਗੀ ਨੂੰ ਸਫਲ ਕਰਦਾ ਹੈ। ਜ਼ਿੰਦਗੀ ਮਿਲ ਗਈ ਕਿਹੜੇ ਕੰਮ ਦੀ ਅਗਰ ਸਫਲ ਨਹੀਂ ਹੋਈ ਹੈ। ਜਨਮ ਮਿਲ ਗਿਆ ਤੇ ਜੇ ਜੀਵਨ ਦੀ ਜਾਂਚ ਨਹੀਂ ਆਈ ਤਾਂ ਐਸਾ ਜਨਮ ਕਿਹੜੇ ਕੰਮ ਦਾ। ਤਾਂ ਗੁਰੂ ਦੀ ਬਹੁਤ ਵੱਡੀ ਇਹ ਬਖਸ਼ਿਸ਼ ਹੈ। ਮਹਾਰਾਜ ਕਹਿੰਦੇ ਨੇ ਸਤਿਗੁਰੂ ਜੇਵੜ ਦਾਤਾ ਕੋ ਨਹੀਂ, ਸਤਿਗੁਰੂ ਜੈਸਾ ਹੋਰ ਕੋਈ ਵੀ ਦਾਤਾ ਨਹੀਂ। ਇਹ ਜਗਤ ਦੇ ਸਾਰੇ ਲੋਕੀ ਗੌਰ ਨਾਲ ਜੋ ਹੈ ਸੁਣ ਲਓ। ਸਤਿਗੁਰੂ ਮਿਲੀਏ ਸੱਚ ਪਾਇਆ, ਜਿਨੇ ਵਿੱਚੋਂ ਆਪ ਗਵਾਇਆ। ਸਤਿਗੁਰੂ ਦੇ ਮਿਲਾਪ ਦਾ ਸਦਕਾ ਸਾਧਨਾ ਕਰਦਿਆਂ ਹੋਇਆਂ ਜਿਨ੍ਹਾਂ ਨੇ ਆਪਣੇ ਆਪ ਦੇ ਚੋਂ ਆਪਾ ਭਾਵ ਗਵਾ ਛੜਿਆ, ਅਹੰਕਾਰ ਗਵਾ ਛੜਿਆ, ਉਹਨਾਂ ਨੂੰ ਸੱਚ ਦੀ ਪ੍ਰਾਪਤੀ ਹੋ ਗਈ, ਉਹਨਾਂ ਨੂੰ ਸੱਚ ਦਾ ਮਿਲਾਪ ਹੋ ਗਿਆ। ਤੇ ਫਿਰ ਸਤਿਗੁਰ ਨੇ ਜਿਨ ਸੱਚੋ ਸੱਚ ਬੁਝਾਇਆ, ਉਹਨੇ ਐਸੀ ਬੂਝ ਬੁਝਾ ਦਿੱਤੀ ਕਿ ਇਹ ਸੱਚ ਹੈ, ਇਹ ਸੱਚ ਹੈ। ਜੀਵਨ ਦੇ ਹਰ ਪੱਖ ਦੇ, ਜੀਵਨ ਦੇ ਹਰ ਪਹਿਲੂ ਦੇ ਵਿੱਚ ਸੱਚ ਨੂੰ ਵੇਖਣ ਦੀ ਜਾਂਚ ਆ ਗਈ, ਸੱਚ ਨੂੰ ਮੰਨਣ ਦੀ ਸਮਰੱਥਾ ਮਿਲ ਗਈ, ਸੱਚ ਨਾਲ ਜੁੜਨ ਦਾ ਢੰਗ ਆ ਗਿਆ। ਸੰਸਾਰ ਨੂੰ ਵੇਖਣਾ ਹੋਰ ਗੱਲ ਹੈ, ਸੰਸਾਰ ਦੇ ਸੱਚ ਨੂੰ ਵੇਖਣਾ ਹੋਰ ਗੱਲ ਹੈ। ਪਦਾਰਥ ਨੂੰ ਵੇਖਣਾ ਹੋਰ ਗੱਲ ਹੈ, ਪਦਾਰਥ ਦੇ ਸੱਚ ਨੂੰ ਵੇਖਣਾ ਹੋਰ ਗੱਲ ਹੈ। ਬੰਦੇ ਨੂੰ ਵੇਖਣਾ ਹੋਰ ਗੱਲ ਹੈ, ਬੰਦੇ ਦੇ ਸੱਚ ਨੂੰ ਵੇਖਣਾ ਹੋਰ ਗੱਲ ਹੈ। ਸੂਰਜ ਚੰਦ ਤਾਰਿਆਂ ਨੂੰ ਵੇਖਣਾ ਹੋਰ ਗੱਲ ਹੈ, ਸੂਰਜ ਚੰਦ ਤਾਰਿਆਂ ਦੇ ਸਚਾਈ ਨੂੰ ਵੇਖਣਾ, ਹਕੀਕਤ ਨੂੰ ਵੇਖਣਾ, ਸੱਚ ਨੂੰ ਵੇਖਣਾ ਹੋਰ ਗੱਲ ਹੈ। ਤੇ ਜਿਹਨੂੰ ਸੰਸਾਰ ਦੇ ਸੱਚ ਨੂੰ ਵੇਖਣ ਦੀ ਜਾਂਚ ਆ ਗਈ, ਦਰਅਸਲ ਉਹ ਸੰਸਾਰ ਵਿੱਚ ਰਹਿੰਦਾ ਹੋਇਆ ਨਿਰੰਕਾਰ ਵਿੱਚ ਲੀਨ ਹੋ ਗਿਆ। ਉਹਨੇ ਜੀਵਨ ਦਾ ਮਕਸਦ ਹਾਸਲ ਕਰ ਲਿਆ, ਉਸਨੇ ਆਪਣੀ ਜ਼ਿੰਦਗੀ ਸਫਲ ਕਰ ਲਈ। ਤੋ ਇਹ ਜਿਹੜੀ ਸਭ ਤੋਂ ਵੱਡੀ ਦਾਤ ਹੈ, ਇਹ ਗੁਰੂ ਤੋਂ ਪ੍ਰਾਪਤ ਹੁੰਦੀ ਹੈ। ਅਕਾਲ ਪੁਰਖ ਦੀ ਬਖਸ਼ਿਸ਼ ਹੋਈ ਗੁਰੂ ਮਿਲਦਾ ਹੈ, ਗੁਰੂ ਦੀ ਬਖਸ਼ਿਸ਼ ਹੋਈ ਅਕਾਲ ਪੁਰਖ ਮਿਲਦਾ ਹੈ। ਇਸ ਵਾਸਤੇ ਇੰਜ ਕਹਿ ਲਈਏ ਪੂਰਨ ਤੌਰ ਤੇ ਖੇਲ ਤੇ ਸਾਰੇ ਦਾ ਸਾਰਾ ਇਹ ਪ੍ਰਮਾਤਮਾ ਦਾ ਹੈ, ਅਕਾਲ ਪੁਰਖ ਦਾ ਹੈ, ਪਰ ਫਿਰ ਵੀ ਉਸਨੇ ਵਿਚੋਲਾ ਬਣਾ ਰੱਖਿਆ ਹੈ। ਉਸ ਦੀ ਜਦ ਬਖਸ਼ਿਸ਼ ਹੁੰਦੀ ਹੈ ਤਾਂ ਫਿਰ ਗੁਰੂ ਮਿਲਦਾ ਹੈ, ਮਨੁੱਖਾ ਤਨ ਮਿਲਦਾ ਹੈ। ਇਹ ਪ੍ਰਮਾਤਮਾ ਦੀ ਬਖਸ਼ਿਸ਼ ਹੈ ਕਿ ਮਨੁੱਖਾ ਤਨ ਦਾ ਮਿਲ ਜਾਣਾ, ਇਹ ਅਕਾਲ ਪੁਰਖ ਦੀ ਬਖਸ਼ਿਸ਼ ਹੈ ਕਿ ਗੁਰੂ ਦਾ ਮਿਲ ਜਾਣਾ, ਇਹ ਬਹੁਤ ਉਸ ਦੀ ਵੱਡੀ ਬਖਸ਼ਿਸ਼ ਹੈ ਕਿ ਸਤਸੰਗ ਦਾ ਮਿਲ ਜਾਣਾ। ਤੇ ਗੁਰੂ ਦੀ ਇਹ ਬਖਸ਼ਿਸ਼ ਹੈ ਕਿ ਪ੍ਰਮਾਤਮਾ ਦਾ ਮਿਲ ਜਾਣਾ, ਈਸ਼ਵਰ ਦਾ ਜੋ ਹੈ ਮਿਲ ਜਾਣਾ। ਜਿਹਨੂੰ ਗੁਰੂ ਮਿਲਿਆ ਹੈ ਉਹਦੇ ਤੇ ਅਕਾਲ ਪੁਰਖ ਦੀ ਬਖਸ਼ਿਸ਼ ਹੈ, ਪਰ ਜਿਹਨੂੰ ਈਸ਼ਵਰ ਮਿਲਿਆ ਹੈ ਉਸ ਦੇ ਤੇ ਗੁਰੂ ਦੀ ਬਖਸ਼ਿਸ਼ ਹੈ, ਉਸ ਦੇ ਤੇ ਗੁਰੂ ਦੀ ਰਹਿਮਤ ਹੈ। ਤਾਂ ਸਤਿਗੁਰੂ ਦੇਵ ਜੀ ਮਹਾਰਾਜ ਕਹਿੰਦੇ ਨੇ ਇਸ ਵਾਸਤੇ ਸਤਿਗੁਰੂ ਤੋਂ ਵੱਡਾ ਹੋਰ ਕੋਈ ਦਾਤਾ ਨਹੀਂ। ਕਿਉਂ ਕਿ ਪ੍ਰਮਾਤਮਾ ਨੇ ਤੇ ਗੁਰੂ ਮਿਲਾਇਆ ਤੇ ਗੁਰੂ ਨੇ ਪ੍ਰਮਾਤਮਾ ਮਿਲਾ ਦਿੱਤਾ। ਸਮੁੱਚੇ ਸੰਸਾਰ ਦਾ ਵੱਡਾ ਦਾਤਾ ਗੁਰੂ ਨੇ ਮਿਲਾ ਦਿੱਤਾ। ਇਸ ਵਾਸਤੇ ਗੁਰੂ ਤੋਂ ਵੱਡਾ ਦਾਤਾ ਹੋਰ ਕੋਈ ਵੀ ਨਹੀਂ। ਇਸ ਪੌੜੀ ਦੇ ਵਿੱਚ ਗੁਰੂ ਦੀ ਮਹਿਮਾ ਹੈ। ਤੇ ਸਾਹਿਬ ਕਹਿੰਦੇ ਨੇ ਗੁਰੂ ਦਾ ਇਹ ਜਿਹੜਾ ਗਿਆਨ ਹੈ, ਇਹ ਜਿਹੜਾ ਹਾਸਲ ਕਰਨਾ ਹੈ, ਇਹ ਰਾਜੇ ਰਾਣੀਆਂ ਦੇ ਗੀਤ ਨਾਲ ਨਹੀਂ, ਕਿਸੇ ਕਹਾਣੀਆਂ ਦੇ ਨਾਲ ਨਹੀਂ, ਬਲਕਿ ਇੱਕ ਮਹਾਨ ਸਾਧਨਾ ਦੇ ਨਾਲ, ਗੁਰੂ ਦਾ ਬਚਨ ਮੰਨ ਕੇ, ਗੁਰੂ ਦਾ ਸ਼ਬਦ ਸੁਣ ਕੇ ਉਸ ਸੱਚ ਨੂੰ ਪ੍ਰਾਪਤ ਕਰਨਾ ਹੈ ਔਰ ਉਸ ਸੱਚ ਨਾਲ ਜੁੜਨਾ ਹੈ।